ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਕਰੀਨ ਤੇ ਨਜ਼ਰ ਆ ਰਿਹਾ ਹੈ ਜਮਾਤ 10ਵੀਂ ਦੁਹਰਾਈ ਨਵੰਬਰ ਨਮੂਨਾ ਪ੍ਰਸ਼ਨ ਪੱਤਰ ਗਣਿਤ 2020-21। ਪਿਆਰੇ ਵਿਦਿਆਰਥੀਓ, ਇਸ ਦੇ ਊੜਾ ਭਾਗ ਦੀ ਵੀਡੀਓ ਜਿਸ ਦੇ ਵਿੱਚ ਇੱਕ ਇੱਕ ਅੰਕਾਂ ਵਾਲੇ ਪ੍ਰਸ਼ਨ ਸਨ ਉਹ ਤੁਸੀਂ ਪਹਿਲਾਂ ਵੇਖ ਚੁੱਕੇ ਹੋ। ਇਸ ਵੀਡੀਓ ਲੈਕਚਰ ਦੇ ਵਿੱਚ ਤੁਸੀਂ ਦੇਖੋਗੇ ਭਾਗ ਆੜਾ ਦੇ ਪ੍ਰਸ਼ਨ ਨੰਬਰ 4 ਤੋਂ ਲੈ ਕੇ 11 ਤੱਕ ਦਾ ਹੱਲ। ਇਹ ਪ੍ਰਸ਼ਨ 2-2 ਅੰਕਾਂ ਵਾਲੇ ਹੋਣਗੇ। ਆਓ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 4, ਅਭਾਜ ਗੁਣਨਖੰਡ ਵਿਧੀ ਰਾਹੀਂ 48 ਅਤੇ 12 ਦਾ ਮਹੱਤਮ ਸਮਾਪਵਰਤਕ ਪਤਾ ਕਰੋ, ਯਾਨੀ ਕਿ ਫਾਈਂਡ HCF ਆਫ ਨੰਬਰਸ 48 ਐਂਡ 12। ਇੱਥੇ ਜਿਹੜੀ ਵਿਧੀ ਹੈ ਉਹ ਪ੍ਰਾਈਮ ਫੈਕਟਰਾਈਜੇਸ਼ਨ ਯਾਨੀ ਕਿ ਅਭਾਜ ਗੁਣਨਖੰਡ ਵਿਧੀ ਹੈ। ਅਸੀਂ ਅਭਾਜ ਗੁਣਨਖੰਡ ਕਿੱਦਾਂ ਬਣਾਉਂਦੇ ਆ ਅਸੀਂ 6ਵੀਂ ਕਲਾਸ ਦੇ ਵਿੱਚ ਹੀ ਸਿੱਖ ਜਾਂਦੇ ਆ। ਜਿਸ ਰਕਮ ਦੇ ਅਭਾਜ ਗੁਣਨਖੰਡ ਬਣਾਉਣੇ ਆ ਇਸ ਤਰ੍ਹਾਂ ਉਹਨੂੰ ਲਿਖ ਲਈਦਾ। ਆਪਾਂ ਦੋਵੇਂ ਹੀ ਸੰਖਿਆਵਾਂ ਦੇ ਪਹਿਲਾਂ ਅਭਾਜ ਗੁਣਨਖੰਡ ਬਣਾਉਣੇ ਆ। ਦੋਵੇਂ ਸੰਖਿਆਵਾਂ ਦਾ ਆਖਰੀ ਅੰਕ ਦੇਖੋ ਜਿਸਤ ਹੈ, ਯਾਨੀ ਕਿ ਈਵਨ ਨੰਬਰ ਹੈ, ਉਹ 2 ਤੇ ਡਿਵਾਈਡ ਹੋ ਜਾਊਗਾ। ਜਦੋਂ ਕੋਈ ਨੰਬਰ 2 ਤੇ ਡਿਵਾਈਡ ਹੁੰਦਾ ਉਹਦਾ ਹਾਫ ਹੋ ਜਾਂਦਾ ਹੈ। ਫਿਰ 24 2 ਤੇ ਡਿਵਾਈਡ ਹੋਏਗਾ, ਵੰਡਿਆ ਜਾਏਗਾ, ਉਹਦਾ ਹਾਫ 12 ਹੋ ਜਾਏਗਾ। ਫਿਰ 12 2 ਤੇ ਡਿਵਾਈਡ ਹੋਏਗਾ, ਹਾਫ ਹੋ ਜਾਏਗਾ। ਫਿਰ 6 ਵੀ ਈਵਨ ਨੰਬਰ ਹੈ, 2 ਤੇ ਡਿਵਾਈਡ ਹੋ ਕੇ 3 ਹੋ ਜਾਏਗਾ। ਐਂਡ ਅਗੇਨ 3 ਡਿਵਾਈਡਡ ਬਾਈ 3 ਇਕੁਅਲ ਇੱਥੇ 1 ਆ ਗਿਆ। ਇਵੇਂ 2 ਐਂਡ ਤੇ ਹੋਣ ਕਰਕੇ 2 6 ਦਾ 12 2 3 ਦਾ 6 ਐਂਡ 3 1 ਦਾ 3। ਇਹ ਸਾਡੇ ਕੋਲੇ ਅਭਾਜ ਗੁਣਨਖੰਡ ਬਣ ਗਏ 48 ਦੇ 2 2 2 2 ਐਂਡ 3 ਐਂਡ 2 2 3 ਇਹ ਬਣ ਗਏ 12 ਦੇ। ਇਹਨਾਂ ਦੇ ਵਿੱਚ ਕਾਮਨ ਫੈਕਟਰ ਅਸੀਂ ਯਾਨੀ ਕਿ ਸਾਂਝੇ ਗੁਣਨਖੰਡ ਲਿਖੀ ਦੇ ਆ। ਪਹਿਲੇ ਦੇ ਵਿੱਚ 2 ਹੈ, ਦੂਸਰੇ ਦੇ ਵਿੱਚ 2 ਹੈ। 2 ਸਾਡਾ ਕਾਮਨ ਫੈਕਟਰ ਹੈ, ਇਹਨੂੰ ਅਲੱਗ ਤੋਂ ਲਿਖ ਲਓ। ਇਨਟੂ ਸੈਕੰਡ ਟਾਈਮ 2 ਇਹਦੇ ਚ ਵੀ ਹੈਗਾ 2, ਇਹਦੇ ਗੁਣਨਖੰਡਾਂ ਚ ਵੀ ਅਗੇਨ 2 ਇਜ਼ ਕਾਮਨ, ਉਹਨੂੰ ਪਹਿਲਾਂ ਵਾਲੇ ਨੰਬਰ ਦੇ ਨਾਲ ਮਲਟੀਪਲਾਈ ਕਰ ਦਿਓ। ਅਗੇਨ 2 ਵਾਰ 2 ਇਹਦੇ ਚ ਹੋਰ ਹੈਗਾ ਪਰ ਉਧਰ 2 ਐਕਸਟਰਾ ਨਹੀਂ ਹੈ। ਇੱਧਰ 1 ਟਾਈਮ 3 ਹੈ, ਉਧਰ 1 ਟਾਈਮ 3 ਹੈ, ਯਾਨੀ ਕਿ 3 ਅਗੇਨ ਇਜ਼ ਕਾਮਨ। ਇਹਨਾਂ ਨੂੰ ਮਲਟੀਪਲਾਈ ਕਰੋ, 2 2 ਦਾ 4 3 ਦਾ 12। 12 ਜਿਹੜਾ ਹੈ ਸਾਡਾ ਮਹੱਤਮ ਸਮਾਪ ਵਰਤਕ ਹੈ, ਯਾਨੀ ਕਿ HCF ਫਾਈਂਡ ਕਰਨਾ ਸੀ, ਦੈਟ ਇਜ਼ 12। ਪ੍ਰਸ਼ਨ ਨੰਬਰ 5, 1 2 ਘਾਤੀ ਬਹੁਪਦ ਪਤਾ ਕਰੋ, ਯਾਨੀ ਕਿ ਫਾਈਂਡ ਹੈ ਕੁਆਡਰੇਟਿਕ ਪੋਲੀਨੋਮੀਅਲ ਜਿਹਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ ਕ੍ਰਮਵਾਰ 4 ਅਤੇ 1 ਹੈ। ਅਸੀਂ ਇੱਥੇ ਸ਼ੁਰੂ ਕਿਵੇਂ ਕਰਾਂਗੇ? ਮੰਨ ਲਓ ਲੋੜੀਂਦਾ ਕੁਆਡਰੇਟਿਕ ਪੋਲੀਨੋਮੀਅਲ ਜਿਹਨੂੰ ਅਸੀਂ 2 ਘਾਤੀ ਬਹੁਪਦ ਕਹਿੰਦੇ ਆ, ਉਹਦਾ ਵਿਆਪਕ ਰੂਪ ਲਿਖ ਲਓ ax ਸਕੁਅਰ ਪਲੱਸ bx ਪਲੱਸ c। ਇਹ ਵਾਲਾ ਬਹੁਪਦ ਅਸੀਂ ਤਿਆਰ ਕਰਾਂਗੇ। ਇਹਦੇ ਵਿੱਚ ਦਿੱਤਾ ਕੀ ਹੋਇਆ? ਸਿਫਰਾਂ ਦਾ ਜੋੜਫਲ ਜਿਹਨੂੰ ਅਸੀਂ -b/a ਲਿਖਦੇ ਹਾਂ। ਤਾਂ ਉਹ ਜੋੜਫਲ ਕੀ ਹੈ? ਪਹਿਲੀ ਜਿਹੜੀ ਸੰਖਿਆ 4 ਹੈ ਉਹ ਜੋੜਫਲ ਹੈ, ਉਹਦੇ ਬਟੇ ਕੁਝ ਨਹੀਂ, ਅਸੀਂ 1 ਲਿਖ ਲਾਂਗੇ। ਇਸੇ ਤਰ੍ਹਾਂ ਸਿਫਰਾਂ ਦਾ ਗੁਣਨਫਲ ਜਿਹਨੂੰ ਅਸੀਂ c/a ਲਿਖਦੇ ਹਾਂ ਉਹ ਕੀ ਹੈਗਾ? 1। ਇਹਦੇ ਨੀਚੇ ਕੁਝ ਨਹੀਂ ਤਾਂ 1। ਪਰ ਵਿਦਿਆਰਥੀਓ ਜਿਹਦੇ ਨੀਚੇ ਇਹਦੇ ਵੀ a ਹੈ, ਇਹਦੇ ਵੀ a ਹੈ, a ਦੇ ਅਗੇਂਸਟ 1 ਹੈ, ਥੱਲੇ ਵੀ a ਦੇ ਅਗੇਂਸਟ 1 ਹੈ। ਜੇ ਦੋਨੇ ਟਾਈਮ a ਦੇ ਅਗੇਂਸਟ ਜਿਹੜੀ ਹੈ ਸੇਮ ਨੰਬਰ ਹੋਵੇ ਉਹੀ ਸਾਡਾ LCM ਹੁੰਦਾ ਹੈ, ਜਿਹੜੀ ਕਿ a ਦੀ ਵੈਲਿਊ ਹੁੰਦੀ ਹੈ ਉਹ ਕੀ ਹੋ ਗਿਆ? 1। a ਦੀ ਸਾਨੂੰ ਜਿਹੜੀ ਵੈਲਿਊ ਮਿਲ ਗਈ ਉਸ a ਦੀ ਵੈਲਿਊ ਦੀ ਸਹਾਇਤਾ ਨਾਲ ਅਸੀਂ ਜਿਹੜੀ ਇਹ ਵਾਲੀ ਇਕੁਏਸ਼ਨ ਹੈ ਇਹਦੇ ਵਿੱਚ -b ਬਟੇ a ਦੀ ਵੈਲਿਊ ਅਸੀਂ ਫਾਈਂਡ ਕਰ ਲਈ LCM 1। ਉਹ ਲਿਖਣ ਦੀ ਲੋੜ ਨਹੀਂ। ਫਿਰ ਉਧਰ 4 b ਪੋਜ਼ਿਟਿਵ ਕਰਾਂਗੇ ਤਾਂ 4 ਨੈਗੇਟਿਵ ਹੋ ਜੂ, ਸਾਡੇ ਕੋਲੇ b ਦੀ ਵੈਲਿਊ ਆ ਗਈ -4। ਸਿਮਿਲਰਲੀ c ਬਟੇ a ਬਰਾਬਰ 1/1c। a ਦੀ ਵੈਲਿਊ ਕਨਫਰਮ ਹੋ ਗਈ 1 ਹੈ। ਉਹ ਜੇ 1 ਭਰ ਦਿਆਂਗੇ ਥੱਲੇ ਦੋਨਾਂ ਦੇ 1 1 ਹੋ ਜੂ, ਕੱਲੀ c ਅੰਸ਼ ਹੈ ਬਰਾਬਰ ਅੰਸ਼, ਯਾਨੀ ਕਿ c ਦੀ ਵੈਲਿਊ ਵੀ ਸਾਡੇ ਕੋਲੇ ਕਨਫਰਮ ਹੋ ਗਈ, ਕੀ ਹੋ ਗਈ? 1। ਹੁਣ ਸਾਡੇ ਕੋਲੇ a ਦੀ ਵੈਲਿਊ ਜਿਹੜੀ ਸੀਗੀ ਉਹ ਤਾਂ LCM ਸੀ 1, b ਦੀ ਵੈਲਿਊ ਹੋ ਗਈ -4, c ਦੀ ਵੈਲਿਊ 1। ਇਹਨੂੰ ਤੁਸੀਂ ਇਸ ਵਿਆਪਕ ਰੂਪ ਦੇ ਪੋਲੀਨੋਮੀਅਲ ਦੇ ਵਿੱਚ ਪੁੱਟ ਕਰ ਦਿਓ, ਸਬਸਟੀਟਿਊਟ ਕਰ ਦਿਓ। a 1 ਹੈ, ਉਹਨੂੰ ਸ਼ੋ ਕਰਨ ਦੀ ਲੋੜ ਨਹੀਂ। x ਸਕੁਅਰ ਮਾਈਨਸ ਵੈਲਿਊ ਹੈ b ਦੀ, ਤਾਂ ਉਹ ਇੱਥੇ b ਦੀ ਜਗ੍ਹਾ ਤੇ -4 ਦੇ ਨਾਲ x ਐਂਡ c ਪੋਜ਼ਿਟਿਵ ਹੈ +1। ਸਾਡਾ ਇਹ ਲੋੜੀਂਦਾ 2 ਘਾਤੀ ਬਹੁਪਦ ਹੈ ਜਿਸ ਦੀਆਂ ਸਿਫਰਾਂ ਦਾ ਜੋੜਫਲ ਜਿਹੜਾ ਹੈ ਉਹ 4 ਸੀ ਤੇ ਗੁਣਨਫਲ 1 ਸੀ। ਪ੍ਰਸ਼ਨ ਨੰਬਰ 6, ਅਨੁਪਾਤ a1/a2 b1/b2 ਐਂਡ c1/c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੇ ਸਮੀਕਰਨਾਂ ਦੇ ਜੋੜੇ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਤੋਂ ਕੱਟਦੀਆਂ ਹਨ, ਸਮਾਂਤਰ ਹਨ ਜਾਂ ਸੰਪਾਤੀ। 3 ਕੰਡੀਸ਼ਨਸ ਹੁੰਦੀਆਂ, ਜਾਂ ਤਾਂ ਉਹ ਰੇਖਾਵਾਂ ਕੱਟਣਗੀਆਂ ਜਾਂ ਸਮਾਂਤਰ ਹੋਣਗੀਆਂ ਜਾਂ ਇੱਕ ਦੂਜੇ ਦੇ ਉੱਪਰ ਓਵਰਲੈਪਿੰਗ ਸੰਪਾਤੀ ਹੋਣਗੀਆਂ। ਇਹਦੇ ਵਾਸਤੇ ਅਸੀਂ ਕਿਵੇਂ ਗੁਣਾਂਕਾਂ ਦੀ ਸਹਾਇਤਾ ਨਾਲ
A1 ਬਟੇ A2 ਉਹਦੀ ਵੈਲਿਊ ਪਹਿਲਾਂ ਅਸੀਂ ਫਾਈਂਡ ਕਰਦੇ ਹਾਂ। ਉਹ ਕੀ ਹੈ, ਜਿਹੜੀਆਂ ਦੋ ਸਮੀਕਰਨ ਹੈ ਉਹਦੇ ਵਿੱਚ 6x - 3y + 10 ਬਰਾਬਰ 0 ਹੈ, ਦੂਸਰੀ 2x - 3y + 9 ਬਰਾਬਰ 0 ਹੈ। ਜਿਹੜਾ x ਦਾ ਗੁਣਾਂਕ ਹੁੰਦਾ ਹੈ ਪਹਿਲੀ ਸਮੀਕਰਨ ਦੇ ਵਿੱਚ ਉਹ A1 ਦਾ ਮੁੱਲ ਹੁੰਦਾ ਹੈ, ਦੂਜੀ ਸਮੀਕਰਨ ਦੇ ਵਿੱਚ x ਦਾ ਗੁਣਾਂਕ ਹੈ ਉਹ A2 ਦਾ ਮੁੱਲ ਹੈ। ਯਾਨੀ ਕਿ ਸਾਨੂੰ A1 ਬਟੇ A2 ਦੀ ਵੈਲਿਊ ਫਾਈਂਡ ਹੋ ਗਈ 6/2 ਕੈਂਸਲ ਹੋ ਕੇ ਬਣ ਜਾਏਗੀ 3/1। ਸਿਮਿਲਰਲੀ ਹੁਣ ਅਸੀਂ B1 ਬਟੇ B1 ਦੀ ਵੈਲਿਊ ਸੈਕੰਡ ਜਿਹੜਾ y ਦਾ ਗੁਣਾਂਕ ਹੈ ਕੋਐਫੀਸ਼ੀਐਂਟ ਹੈ ਉਹ ਲਿਖੋ ਬਟੇ B2 ਜਿਹੜਾ ਸੈਕੰਡ ਸਮੀਕਰਨ ਦੇ ਵਿੱਚ y ਦੇ ਅੱਗੇ ਹੈ ਉਹ ਵੀ ਅਗੇਨ -3 ਹੈ। ਹੁਣ ਇੱਥੇ -3 ਐਂਡ -3 ਬੋਥ ਸੇਮ ਹੈ, ਕੱਟ ਕੇ 1/1 ਹੋ ਜਾਏਗਾ। ਯਾਨੀ ਕਿ ਜਿਹੜਾ A1/A2 ਦੀ ਵੈਲਿਊ ਹੈ ਉਹ ਮੈਚ ਨਹੀਂ ਕਰਦੀ ਕਿਹਦੇ B1/B2 ਦੀ ਵੈਲਿਊ ਦੇ, ਕਿਉਂਕਿ ਉਹ ਆਇਆ ਸੀ 3/1, ਇਹ ਆਇਆ 1/1। ਤਾਂ ਇਸ ਕੰਡੀਸ਼ਨ ਦੇ ਮੁਤਾਬਕ ਹੁੰਦਾ ਕੀ ਹੈ ਕਿ ਜਿਹੜੇ ਸਾਡੇ ਰੇਖਾਵਾਂ ਹੁੰਦੀਆਂ ਗ੍ਰਾਫ ਦੀਆਂ ਉਹ ਇੰਟਰਸੈਕਟਿੰਗ ਹੁੰਦੀਆਂ, ਉਹ ਕੱਟਣਗੀਆਂ। ਇਹਨਾਂ ਕੱਟਣ ਦੇ ਨਾਲ ਜਿਹੜਾ ਹੱਲ ਹੁੰਦਾ ਹੈ ਉਸ ਨੂੰ ਵਿਲੱਖਣ ਹੱਲ ਜਾਂ ਇੱਕ ਹੱਲ ਵੀ ਕਹਿੰਦੇ ਆ। ਤੇ ਇਸ ਤਰ੍ਹਾਂ ਦੀ ਹੱਲ ਵਿੱਚ ਇਹ ਸਮੀਕਰਨਾਂ ਸੰਗਤ ਅਖਵਾਉਂਦੀਆਂ। ਤਾਂ ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਕੋਲੇ ਇਸ ਵੇਲੇ ਜਵਾਬ ਇਹ ਹੈ ਕਿ ਰੇਖਾਵਾਂ ਆਪਸ ਵਿੱਚ ਇੱਕ ਬਿੰਦੂ ਤੇ ਕੱਟਣਗੀਆਂ, ਇੱਕ ਬਿੰਦੂ ਤੇ ਕੱਟਦੀਆਂ ਹਨ। ਇਹਨਾਂ ਸਮੀਕਰਨਾਂ ਜਿਹੜੀਆਂ ਦਿੱਤੀਆਂ ਹੋਈਆਂ ਸਾਡੇ ਕੋਲੇ 6x - 3y + 10 = 0, 2x - 3y + 9 = 0, ਇਹਨਾਂ ਦੀਆਂ ਰੇਖਾਵਾਂ ਜਿਹੜੀਆਂ ਉਹ ਆਪਸ ਵਿੱਚ ਕੱਟਣਗੀਆਂ। ਪ੍ਰਸ਼ਨ ਨੰਬਰ 7, ਇੱਕ ਥੈਲੇ ਵਿੱਚ 8 ਲਾਲ ਤੇ 5 ਕਾਲੀਆਂ ਗੇਂਦਾਂ ਹਨ। ਇਸ ਥੈਲੇ ਵਿੱਚੋਂ ਇੱਕ ਗੇਂਦ ਅਚਾਨਕ ਬਾਹਰ ਕੱਢੀ ਗਈ ਹੈ। ਸੰਭਾਵਨਾ ਪਤਾ ਕਰੋ ਕਿ ਕੱਢੀ ਗਈ ਗੇਂਦ ਪਹਿਲਾ ਭਾਗ ਹੈ ਲਾਲ ਹੋਵੇ, ਦੂਜਾ ਭਾਗ ਹੈ ਲਾਲ ਨਾ ਹੋਵੇ। ਇੱਥੇ ਆਪਾਂ ਸਭ ਤੋਂ ਪਹਿਲਾਂ ਕੁੱਲ ਗੇਂਦਾਂ ਦੀ ਗਿਣਤੀ ਪਤਾ ਕਰਾਂਗੇ ਤੇ ਆਪਾਂ ਲਿਖ ਲਾਂਗੇ ਵੀ ਜਿਹੜੀਆਂ ਲਾਲ ਗੇਂਦਾਂ ਨੇ ਉਹ ਕਿੰਨੀਆਂ ਨੇ, ਪ੍ਰਸ਼ਨ ਚੋਂ ਦੇਖਣਾ 8। ਦੂਸਰੀ ਕਿਸਮ ਹੈ ਉਹ ਕਾਲੀਆਂ ਗੇਂਦਾਂ ਦੀ ਹੈ, ਕਾਲੀਆਂ ਗੇਂਦਾਂ ਜਿਹੜੀਆਂ ਹਨ ਉਹ ਆਪਾਂ ਲਿਖ ਲਾਂਗੇ 5। ਹੋਰ ਕੋਈ ਕਿਸਮ ਦੀ ਗੇਂਦ ਨਹੀਂ ਹੈ ਤਾਂ ਇੱਥੇ ਹੀ ਜੋੜ ਕਰਕੇ ਲਿਖ ਲਓ ਤੁਸੀਂ ਕੁੱਲ ਗੇਂਦਾਂ, ਉਹ ਬਣ ਗਈਆਂ 8 ਤੇ 5 13। ਹੁਣ ਸਾਡੇ ਕੋਲੇ ਸੰਭਾਵਨਾ ਪਤਾ ਕਰਨੀ ਹੈ ਲਾਲ ਗੇਂਦ ਹੋਣ ਦੀ, ਪ੍ਰੋਬੇਬਿਲਿਟੀ ਆਫ ਇਵੈਂਟ। ਕੀ ਗੱਲ ਹੈ, ਰੈੱਡ ਬਾਲ, ਅਸੀਂ ਨਾਲ ਰੈੱਡ ਬਾਲ ਇੰਡੀਕੇਟ ਕਰਤਾ ਹੈ। ਹੁਣ ਸਾਡੇ ਕੋਲੇ ਜਿਹੜਾ ਕੁੱਲ ਗੇਂਦਾਂ ਦੀ ਗਿਣਤੀ ਉਹ ਹਰ ਹੁੰਦਾ ਹੈ, ਹਰ ਵੱਡਾ ਹੁੰਦਾ ਹੈ ਹਮੇਸ਼ਾ। ਤੇ ਜੇ ਲਾਲ ਗੇਂਦਾਂ ਦੀ ਗਿਣਤੀ 8 ਹੈ ਤਾਂ ਉਹ ਅੰਸ਼ ਬਣ ਗਿਆ, ਜੇ ਕੈਂਸਲ ਹੁੰਦਾ ਠੀਕ ਹੈ, ਨਹੀਂ ਇਹੀ ਸਾਡੀ ਲਾਲ ਗੇਂਦਾਂ ਹੋਣ ਦੀ ਸੰਭਾਵਨਾ ਹੈ। ਇਸੇ ਪ੍ਰਸ਼ਨ ਵਿੱਚ ਲਾਲ ਨਾ ਹੋਵੇ, ਜੇ ਲਾਲ ਨਹੀਂ ਹੈ ਉਹ ਕਿਹੜੀਆਂ, ਕਾਲੀਆਂ ਗੇਂਦਾਂ, ਤਾਂ ਆਪਾਂ ਉਹਨੂੰ ਲਿਖ ਦਾਂਗੇ ਪ੍ਰੋਬੇਬਿਲਿਟੀ ਨਾਟ ਆ ਰੈੱਡ ਬਾਲ, ਯਾਨੀ ਕਿ ਉਹ ਰੈੱਡ ਨਹੀਂ ਹੈ, ਇਹਦਾ ਮਤਲਬ ਉਹ ਹੋਰ ਕੋਈ ਰੰਗ ਹੈ। ਹੋਰ ਕੋਈ ਰੰਗ ਦੀਆਂ ਗੇਂਦਾਂ ਕਿੰਨੀਆਂ, 5, ਤਾਂ ਰੈੱਡ ਬਾਲ ਨਾ ਹੋਣ ਦੀ ਸੰਭਾਵਨਾ 5/13। ਇਹ ਵੀ ਨਹੀਂ ਕੈਂਸਲ ਹੁੰਦਾ, ਤਾਂ ਕੁੱਲ ਮਿਲਾ ਕੇ ਸਾਡੇ ਕੋਲੇ ਜਿਹੜਾ ਹੈਗਾ ਇਸ ਪ੍ਰਸ਼ਨ ਦੇ ਵਿੱਚ ਲਾਲ ਬਾਲ ਹੋਣ ਦੀ ਸੰਭਾਵਨਾ 8/13 ਤੇ ਲਾਲ ਬਾਲ ਨਾ ਹੋਣ ਦੀ ਸੰਭਾਵਨਾ 5/13। ਪ੍ਰਸ਼ਨ ਨੰਬਰ 8, ਕਿਸੇ ਫੈਕਟਰੀ ਦੇ 50 ਮਜ਼ਦੂਰਾਂ ਦੀ ਰੋਜ਼ਾਨਾ ਮਜ਼ਦੂਰੀ ਦੀ ਹੇਠ ਲਿਖੀ ਵੰਡ ਸਾਰਣੀ ਤੇ ਵਿਚਾਰ ਕਰੋ। ਇਹ ਸਾਡੇ ਕੋਲੇ ਮਜ਼ਦੂਰੀ ਦੇ ਵਰਗ ਅੰਤਰਾਲ ਨੇ 100 ਤੋਂ 120 ਵਾਲੇ ਮਜ਼ਦੂਰ ਹੈ ਉਹ 12 ਨੇ, ਜਿਹੜੇ 120 ਤੋਂ ਲੈ ਕੇ 140 ਮਜ਼ਦੂਰੀ ਪ੍ਰਾਪਤ ਕਰਦੇ ਆ ਉਹ 14 ਨੇ। ਇਸ ਤਰ੍ਹਾਂ ਤੁਸੀਂ ਸਾਰੀ ਸਾਰਣੀ ਨੂੰ ਵੇਖਦੇ ਹੋ। ਸਾਨੂੰ ਕਿਹਾ ਗਿਆ ਕਿ ਮੱਧਮਾਨ ਰੋਜ਼ਾਨਾ ਆਮਦਨੀ ਪਤਾ ਕਰੋ। ਤਾਂ ਆਪਾਂ ਇੱਥੇ ਕੀ ਕਰਨਾ, ਸਭ ਤੋਂ ਪਹਿਲਾਂ ਜਿਹੜੇ ਦਿੱਤੇ ਹੋਏ 2 ਕਾਲਮ ਹੈ ਉਹਨਾਂ ਨੂੰ, ਇਨਫੋਰਮੇਸ਼ਨ ਨੂੰ ਆਪਾਂ ਆਪਣੀ ਨੋਟਬੁੱਕ ਤੇ ਨੋਟ ਕਰਨਾ। ਉਸ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਸਾਡਾ ਪਹਿਲਾ ਕਾਲਮ ਹੈ ਉਹ ਕੀ ਹੈ, ਕਲਾਸ ਇੰਟਰਵਲਸ, ਜਿਹੜੀ ਕਿ ਰੋਜ਼ਾਨਾ ਮਜ਼ਦੂਰੀ ਹੈ, ਆਪਾਂ ਉਹਨੂੰ ਕਲਾਸ ਇੰਟਰਵਲ ਲਿਖ ਲੈਂਦੇ ਹਾਂ। ਉਹ ਕੀ ਹੈ 100 to 120, 120 to ਅੱਗੇ 140 ਹੈ ਕਿਉਂਕਿ 20 ਦਾ ਗੈਪ ਹੈ, 140 to 160, 160 to 180 ਐਂਡ 180 to 200। ਇਹ ਸਾਡੇ ਪਹਿਲੇ ਕਾਲਮ ਦੇ ਜਿਹੜੇ ਹੈ ਵਰਗ ਅੰਤਰਾਲ ਆ, ਅਸੀਂ ਉਹ ਰਾਈਟ ਡਾਊਨ ਕੀਤੇ ਆ। ਇਹਨਾਂ ਦੇ ਨਾਲ ਫ੍ਰੀਕੁਐਂਸੀ ਹੈ, ਬਾਰੰਬਾਰਤਾ ਜਿਹਨੂੰ ਅਸੀਂ ਕਹਿੰਦੇ ਆ, ਉਹ ਪਹਿਲੇ ਜਿਹੜੇ ਵਰਗ ਅੰਤਰਾਲਾਂ ਨਾਲ ਸੰਬੰਧਿਤ ਗਿਣਤੀ 12 ਹੈ, ਫਿਰ 14 ਹੈ, ਫਿਰ 8 ਹੈ, ਫਿਰ 6 ਹੈ,
ਤੇ ਐਂਡ ਦੇ ਵਿੱਚ 10 ਹੈ। ਤਾਂ ਇੱਥੇ ਜਿਹੜੀ ਇਹ ਬਾਰੰਬਾਰਤਾ ਇਹ ਕਿੰਨੇ ਜਾਣੇ ਹੈ, ਕੁੱਲ ਕਿੰਨੇ ਜਾਣੇ 50 ਮਜ਼ਦੂਰ ਹੈ, ਇਹਦਾ ਜੋੜ ਬਾਰੰਬਾਰਤਾ ਦਾ 50 ਹੋਏਗਾ। ਇਹਨੂੰ ਅਸੀਂ n ਵੀ ਕਹਿ ਦਿੰਨੇ ਆ, n ਇਜ਼ ਇਕੁਅਲ ਟੂ 50। ਇਹਨੂੰ ਸਮੇਸ਼ਨ ਆਫ ਐਫ ਆਈ ਯਾਨੀ ਕਿ ਐਫ ਵਾਲਾ ਜਿਹੜਾ ਕਾਲਮ ਹੈ ਉਹਦਾ ਜਿਹੜਾ ਸਮ ਹੈ ਉਹ ਅਸੀਂ 50 ਲਿਖ ਲੈਂਦੇ ਹਾਂ। ਤਾਂ ਇਹ ਸਾਡੀ ਸਟੇਟਮੈਂਟ ਹੈ। ਇਸ ਤੋਂ ਬਾਅਦ ਜਦੋਂ ਮੱਧਮਾਨ ਕੱਢਣਾ ਹੈ ਤਾਂ ਸਾਨੂੰ 2 ਕਾਲਮ ਜਿਹੜੇ ਹੈਗੇ ਆ ਇੱਥੇ ਹੋਰ ਤਿਆਰ ਕਰਨੇ ਪੈਣੇ ਆ। ਉਹ ਮੋਸਟ ਇੰਪੋਰਟੈਂਟ ਹੈ, ਉਹਦੇ ਬਿਨਾਂ ਗੱਲ ਨਹੀਂ ਬਣਨੀ। ਪਹਿਲਾਂ ਤਾਂ ਸਾਡੇ ਕੋਲੇ ਜਿਹੜੇ ਕਲਾਸ ਇੰਟਰਵਲਸ ਹੈ ਉਹਨਾਂ ਤੋਂ ਅਸੀਂ ਐਕਸ ਯਾਨੀ ਕਿ ਪ੍ਰੇਖਣ ਪਤਾ ਕਰਨੇ ਆ। ਇਹ ਪ੍ਰੇਖਣ ਅਸੀਂ ਐਜ਼ ਇਟ ਇਜ਼ ਨਹੀਂ ਯੂਜ਼ ਕਰ ਸਕਦੇ, ਇਹਨਾਂ ਦਾ ਮੱਧਮਾਨ ਕੱਢਾਂਗੇ। ਯਾਨੀ ਕਿ ਇਹਨਾਂ ਦੀ ਮਿਡ ਵੈਲਿਊ ਕੀ ਹੋਏਗੀ, ਦੋਹਾਂ ਨੂੰ ਐਡ ਕਰੋ ਤੇ ਹਾਫ ਕਰ ਦਿਓ। 120 ਤੇ 100 220, 220 ਦਾ ਹਾਫ ਜਿਹੜਾ ਹੁੰਦਾ 110 ਹੁੰਦਾ। ਯਾਨੀ ਕਿ ਅਸੀਂ ਹੁਣ ਇਸ ਕਲਾਸ ਇੰਟਰਵਲ ਵਾਲੇ ਕਾਲਮ ਤੋਂ ਨਵਾਂ ਕਾਲਮ ਤਿਆਰ ਕੀਤਾ, ਉਹ XI। ਇਹਨੂੰ ਨਹੀਂ ਹੁਣ ਅਸੀਂ ਯੂਜ਼ ਕਰਾਂਗੇ, ਹੁਣ ਇਹਨੂੰ ਯੂਜ਼ ਕਰਾਂਗੇ। ਇਹ ਦੋਨਾਂ ਨੂੰ ਅਗਲੀਆਂ ਜਿਹੜੀਆਂ ਸਾਡੀਆਂ ਲੋਅਰ ਤੇ ਅਪਰ ਲਿਮਿਟਸ ਹੈਗੀਆਂ ਉਹਨਾਂ ਨੂੰ ਐਡ ਕਰਾਂਗੇ ਤਾਂ ਉਹਦਾ ਜਿਹੜਾ ਸਮ ਹੈ 140 ਦੇ 20, 160 ਦਾ ਅੱਧ ਜਿਹੜਾ ਹੋਏਗਾ ਉਹ 260 ਦਾ ਅੱਧ ਹੋਏਗਾ 130। ਸਿਮਿਲਰਲੀ ਅੱਗੇ ਸਾਨੂੰ ਪਤਾ ਲੱਗ ਗਿਆ ਵੀ 20 ਦਾ ਗੈਪ ਸੀਗਾ। ਫਿਰ ਸਾਡਾ ਅਗਲਾ ਜਿਹੜਾ ਹੈਗਾ XI ਦਾ 150 ਸਾਡੇ ਕੋਲੇ, ਫਿਰ ਇਸ ਤੋਂ ਬਾਅਦ 170 ਤੇ ਜਿਹੜਾ ਸਾਡਾ 180 ਤੋਂ 200 ਇਹ 380 ਬਣ ਗਿਆ ਸੀ। ਇਹਦਾ ਹਾਫ ਜਿਹੜਾ ਕਰਕੇ ਉਹ ਬਣ ਜਾਏਗਾ 190। ਇਸ ਤੋਂ ਬਾਅਦ ਜਿਹੜੇ ਇਹ ਫ੍ਰੀਕੁਐਂਸੀ ਹੈ ਤੇ ਇਹਦੇ ਨਾਲ ਜਿਹੜੀ ਸੀ ਆ ਵਰਗ ਚਿੰਨ ਕਹਿੰਦੇ, ਐਕਚੁਅਲੀ 2 ਵਰਗ ਸੀਮਾਵਾਂ ਨੂੰ ਜੋੜ ਕੇ ਹਾਫ ਕਰਨਾ ਵਰਗ ਚਿੰਨ। ਇਹਨਾਂ ਨੂੰ ਮਲਟੀਪਲਾਈ ਕਰਕੇ ਅਸੀਂ FI XI ਦਾ ਜਿਹੜਾ ਕਾਲਮ ਹੈ ਉਹਦੀਆਂ ਵੈਲਿਊਜ਼ ਸਾਰੀਆਂ ਫਾਈਂਡ ਕਰ ਲੈਣੀਆਂ। ਹੁਣ ਜਦੋਂ 12 ਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਇਹ 1320 ਬਣ ਜਾਏਗਾ। ਇਸ ਤੋਂ ਬਾਅਦ ਐਂਡ ਵਾਲੀ 0 ਭਾਵੇਂ ਪਹਿਲਾਂ ਹੀ ਲਿਖ ਲਓ, 13 ਚੌਕ 52, 13 ਏਕਮ 13 ਤੇ 5 1820 ਬਣ ਜਾਏਗਾ ਇਹ। ਇਸ ਤੋਂ ਬਾਅਦ 15 8 120 ਹੁੰਦਾ, 120 ਲਿਖ ਕੇ ਉਹਦੇ ਪਿੱਛੇ ਤੁਸੀਂ 0 ਲਗਾ ਲਓ। ਫਿਰ ਸਾਡੇ ਕੋਲੇ ਮਲਟੀਪਲਾਈ ਕਰਨਾ 6 ਦੇ ਨਾਲ 17 ਨੂੰ 102 ਬਣ ਜਾਏਗਾ, ਉਹਦੇ ਪਿੱਛੇ 0 ਲੱਗ ਜਾਏਗੀ। ਫਿਰ 19 ਨੂੰ 10 ਨਾਲ ਮਲਟੀਪਲਾਈ ਕਰਾਂਗੇ 190 ਆ ਜਾਏਗਾ, ਪਿੱਛੇ ਲੱਗ ਜਾਏਗੀ 0। ਕੁੱਲ ਮਿਲਾ ਕੇ ਸਾਡੇ ਕੋਲੇ ਇਹ ਜਿਹੜੇ ਸਾਰੇ ਮਲਟੀਪਲਾਈ ਕਰਨ ਤੋਂ ਬਾਅਦ ਆਨਸਰ ਆਏ ਨੇ ਇਹਨਾਂ ਦੀ ਐਡੀਸ਼ਨ ਹੈ, ਉਹਨੂੰ ਅਸੀਂ ਬੋਲਾਂਗੇ ਸਮੇਸ਼ਨ ਆਫ FI XI। ਤਾਂ ਇਹਨਾਂ ਦਾ ਜਿਹੜਾ ਜੋੜ ਹੈ ਐਂਡ ਦੇ ਵਿੱਚ ਆਏਗੀ 0, ਫਿਰ ਆਏਗਾ 2 ਤੇ 2 4 ਤੇ 2 6, 9 ਤੇ 2 11 ਤੇ 8 19, 19 ਤੇ 3 22, 2 ਤੇ 1 3 4 5 6 7, ਯਾਨੀ ਕਿ 7260 ਹੈ ਸਾਡਾ। ਇਹ ਕੀ ਹੋ ਗਿਆ, ਇਸ ਕਾਲਮ ਦੀ ਐਡੀਸ਼ਨ ਹੋ ਗਈ। ਹੁਣ ਇਸ ਹਾਲਤ ਵਿੱਚ ਮੱਧਮਾਨ ਦਾ ਫਾਰਮੂਲਾ ਜਿਹੜਾ ਹੁੰਦਾ ਉਹ X ਬਾਰ ਸੰਕੇਤ ਹੈ ਔਸਤ ਲਈ ਜਾਂ ਮੱਧਮਾਨ ਲਈ। ਉਹਦੇ ਵਿੱਚ ਜਿਵੇਂ ਅਸੀਂ ਬੋਲਦੇ ਸੀ ਪ੍ਰੇਖਣਾਂ ਦਾ ਜੋੜ, ਉਹਦੇ ਥਾਂ ਤੇ ਉਹ ਸਮ ਆ ਗਿਆ ਸਮੇਸ਼ਨ ਆਫ FI XI। ਬਟ ਆਪਾਂ ਪ੍ਰੇਖਣਾਂ ਦੀ ਗਿਣਤੀ ਲਿਖਦੇ ਸੀ, ਉਹਦੇ ਵਾਸਤੇ ਸਮੇਸ਼ਨ ਆਫ FI ਜਿਹਨੂੰ ਅਸੀਂ n ਕਹਿੰਦੇ ਆ। ਤਾਂ ਯਾਨੀ ਕਿ ਪ੍ਰੇਖਣਾਂ ਦਾ ਜੋੜ ਤਾਂ ਸਾਡਾ ਹੋ ਗਿਆ, ਜਿਹੜੀ ਸਭ ਤੋਂ ਵੱਡੀ ਰਕਮ ਹੈ 7260 ਤੇ ਜਿਹੜੀ ਪ੍ਰੇਖਣਾਂ ਦੀ ਗਿਣਤੀ ਉਹ ਪਹਿਲਾਂ ਹੀ ਪਤਾ ਹੈ, ਉਹ ਤਾਂ 50 ਮਜ਼ਦੂਰਾਂ ਦੀ ਤਨਖਾਹ ਦੀ ਗੱਲ ਹੋ ਰਹੀ ਹੈ। ਇਹਨੂੰ ਅਸੀਂ ਹੁਣ 0 ਨੂੰ 0 ਨਾਲ ਕੈਂਸਲ ਕਰਕੇ ਬਾਕੀ ਦੀ ਜਿਹੜੀ ਸਾਡਾ ਹੈਗਾ ਨੰਬਰ 726, ਹੁਣ ਉਹ 726 ਨੂੰ ਅਸੀਂ ਡਿਵਾਈਡ ਕਰਾਂਗੇ 5 ਤੇ 726। ਤਾਂ 726 ਨੂੰ ਜਦੋਂ 5 ਤੇ ਡਿਵਾਈਡ ਕਰਾਂਗੇ ਆਪਣੇ ਕੋਲੇ ਆਏਗਾ, ਇੱਥੇ ਦੁਬਾਰਾ ਕਰ ਲੈਂਦੇ ਆਪਾਂ, 726 ਡਿਵਾਈਡਡ ਬਾਏ 5, 5 ਏਕਮ 5, 7 ਚੋਂ 5 ਗਏ 2, 5 ਚੌਕਾ 20, ਸਾਡੇ ਕੋਲੇ ਆ ਗਏ 2 6, 5 5 25। ਜਦੋਂ ਇਹਨੂੰ ਡਿਵਾਈਡ ਕਰਾਂਗੇ 1 ਆ ਜਾਏਗਾ, ਉਹਦੇ ਨਾਲ ਪੁਆਇੰਟ ਲੱਗ ਕੇ ਫਿਰ ਅਸੀਂ 0 ਬਣਾ ਕੇ 10 ਤੇ ਇੱਥੇ 5 2 ਨਹੀਂ 10, ਯਾਨੀ ਕਿ 145.20 145.20 ਬਣ ਜਾਏਗਾ। ਇਹ ਕਿਹਦੀ ਵੈਲਿਊ ਹੈ, X ਬਾਰ ਦੀ। ਯਾਨੀ ਕਿ ਮਜ਼ਦੂਰ ਦੀ ਜਿਹੜੀ ਮੱਧਮਾਨ ਰੋਜ਼ਾਨਾ ਮਜ਼ਦੂਰੀ ਹੈ, ਤਾਂ ਆਪਣੇ ਕੋਲੇ ਆਨਸਰ ਕੀ ਹੋ ਗਿਆ, ਔਸਤ ਜਾਂ ਮੱਧਮਾਨ ਔਸਤ ਰੋਜ਼ਾਨਾ ਮਜ਼ਦੂਰੀ ਜਿਹੜੀ ਹੈ ਉਹ ਕੀ ਹੈ 145 ਰੁਪਏ 20 ਪੈਸੇ। ਤਾਂ ਇਹ ਸੀਗਾ ਸਾਡਾ ਆਨਸਰ। ਪ੍ਰਸ਼ਨ ਨੰਬਰ 9 ਕੋਆਰਡੀਨੇਟ ਜਿਓਮੈਟਰੀ ਵਿੱਚੋਂ ਹੈ, ਜਿਹਨੂੰ ਅਸੀਂ ਨਿਰਦੇਸ਼ਾਂਕ ਜਮਾਇਤੀ ਕਹਿੰਦੇ ਆ। ਉਹਦੇ ਵਿੱਚ ਜਿਹੜਾ ਪ੍ਰਸ਼ਨ ਸਾਡਾ 9ਵਾਂ ਹੈ
उस बिंदु के निर्देशांक पता करो जो बिंदुआं -1,7 ਅਤੇ 4,-3 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 2:3 ਵਿੱਚ ਵੰਡਦਾ ਹੈ। ਇਹਦੀ ਇੱਕ ਰਫ ਜੀ ਫਿਗਰ ਤਿਆਰ ਕਰ ਲਓ। ਇੱਕ ਰੇਖਾਖੰਡ ਤੁਸੀਂ ਉਹਦਾ ਨਾਮ AB ਰੱਖ ਲਓ, ਨਾਲ ਬ੍ਰੈਕਟ ਪਾਓਗੇ ਨਿਰਦੇਸ਼ ਅੰਕ ਲਿਖਣ ਵਾਸਤੇ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਪਹਿਲਾ ਹੈ ਉਹ -1,7 ਹੈ, ਦੂਸਰਾ ਹੈ ਸਾਡੇ ਕੋਲੇ 4,-3। ਅਸੀਂ ਫਾਰਮੂਲੇ 'ਚ ਇਹਨਾਂ ਨੂੰ ਤਾਂ ਵਰਤ ਸਕਦੇ ਹਾਂ ਜੇ ਇਹਨਾਂ ਦੇ ਅਸੀਂ ਕਾਲਪਨਿਕ ਮੁੱਲ ਲਿਖੀਏ। ਉਹ ਕੀ ਹੈ x1, y1। ਦੂਸਰੇ ਬਿੰਦੂ ਵਾਸਤੇ ਅਸੀਂ ਲਿਖਾਂਗੇ x2, y2। ਯਾਨੀ ਕਿ ਫਾਰਮੂਲੇ 'ਚ ਜਦੋਂ ਸਾਨੂੰ x1 ਦੀ ਲੋੜ ਹੋਈ ਤਾਂ ਅਸੀਂ -1 ਨੂੰ ਯੂਜ਼ ਕਰਾਂਗੇ, y1 ਦੀ ਲੋੜ ਹੋਈ ਤਾਂ 7 ਨੂੰ ਯੂਜ਼ ਕਰਾਂਗੇ, ਐਵੇਂ x2 ਵਾਸਤੇ 4 ਨੂੰ ਤੇ y2 ਵਾਸਤੇ ਅਸੀਂ -3 ਨੂੰ ਇਸਤੇਮਾਲ ਕਰਾਂਗੇ। ਜਿਹੜਾ ਬਿੰਦੂ ਇਹਨਾਂ ਨੂੰ ਡਿਵਾਈਡ ਕਰਦਾ ਹੈ ਉਹਦਾ ਨਾਂ ਆਪਾਂ P ਰੱਖ ਲੈਂਦੇ ਆ, ਉਹਦੇ ਨਿਰਦੇਸ਼ਾਂਕ ਪਤਾ ਕਰ ਲੈਂਦੇ ਆ। ਉਹਨਾਂ ਨੂੰ ਅਸੀਂ ਕਾਲਪਨਿਕ ਤੌਰ ਤੇ x, y ਲਿਖਦੇ ਆ, ਇਹਦੇ ਨਾਲ 1 ਜਾਂ 2 ਨਹੀਂ ਲਿਖਦੇ। ਹੁਣ ਜਿਸ ਰੇਸ਼ੋ ਵਿੱਚ ਇਹ ਰੇਖਾਖੰਡ ਡਿਵਾਈਡ ਹੋਇਆ ਉਹਨੂੰ ਅਸੀਂ ਫਾਰਮੂਲੇ ਦੇ ਵਿੱਚ M1 ਤੇ M2 ਕਹਿੰਦੇ ਆ, ਪਰ ਉਹ ਐਕਚੁਅਲ ਦੇ ਵਿੱਚ ਕੀ ਹੈ 2:3। ਤਾਂ ਕਹਿਣ ਦਾ ਮਤਲਬ ਅਸੀਂ ਫਾਰਮੂਲੇ ਦੇ ਵਿੱਚ ਜਦੋਂ ਇਹਨਾਂ ਨੂੰ ਵਰਤਣਾ ਹੋਊਗਾ ਤਾਂ ਇਸ ਫਿਗਰ ਤੋਂ, ਰਫ ਚਿੱਤਰ ਤੋਂ ਤੁਹਾਨੂੰ ਸਾਰਾ ਕੁਝ ਅਵੇਲੇਬਲ ਹੋ ਜਾਏਗਾ। ਅਸੀਂ ਹੁਣ x ਦੀ ਵੈਲਿਊ ਫਾਈਂਡ ਕਰਨੀ ਹੈ। ਮੈਂ ਪੂਰਾ ਸੂਤਰ ਨਹੀਂ ਲਿਖਦਾ, ਤੁਹਾਡੇ ਲਈ 2 ਸਮੀਕਰਨਾਂ ਬਣਾਉਂਗਾ। x ਦੀ ਵੈਲਿਊ ਫਾਈਂਡ ਕਰਨ ਲਈ ਅਸੀਂ x = ਤੇ y ਦੀ ਵਾਸਤੇ ਅਸੀਂ y = ਆ। ਇੱਥੇ ਮੈਂ ਹੁਣ ਸਮੀਕਰਨ ਲਿਖਣ ਲੱਗਿਆ। ਉਹ ਸਮੀਕਰਨ ਕਿਵੇਂ ਬਣੂਗੀ? ਅਸੀਂ ਲਿਖਾਂਗੇ ਉੱਤੇ ਪਹਿਲਾਂ M1 ਤੇ ਉਹਦੇ ਵਿੱਚ ਲਿਖਾਂਗੇ M2, ਥੱਲੇ ਵੀ ਲਿਖ ਲਾਂਗੇ M1 + M2। ਫਿਰ y ਦੀ ਵੈਲਿਊ ਫਾਈਂਡ ਕਰਨ ਲਈ ਵੀ ਸਾਨੂੰ ਰੇਸ਼ੋ ਕੰਮ ਆਏਗੀ M1 + M2, ਹੇਠਾਂ ਵੀ ਲਿਖ ਲਓ M1 + M2। ਜਦੋਂ ਅਸੀਂ x ਦੀ ਵੈਲਿਊ ਫਾਈਂਡ ਕਰਨੀ ਹੈ ਤਾਂ ਲੈਫਟ ਹੈਂਡ ਦੇ ਵਿੱਚ x ਯੂਜ਼ ਹੋਣਾ ਹੈ। ਜੇ M1 ਹੈ ਉਹਦੇ ਨਾਲ ਮਲਟੀਪਲਾਈ x2 ਹੋਊਗਾ, ਤੇ ਜੇ M2 ਆ ਉਹਦੇ ਨਾਲ ਮਲਟੀਪਲਾਈ x1 ਹੋਏਗਾ। ਸਿਮਿਲਰਲੀ y ਦੀ ਵੈਲਿਊ ਲਈ M1 ਨਾਲ y2 ਮਲਟੀਪਲਾਈ ਹੋਏਗਾ, M2 ਨਾਲ y1 ਮਲਟੀਪਲਾਈ ਹੋਏਗਾ। ਬਸ ਹੁਣ ਅਸੀਂ ਜੇ ਇੰਨਾ ਕੰਮ ਕਰ ਲਿਆ, ਕੱਲੀਆਂ ਵੈਲਿਊ ਪੁੱਟ ਕਰ ਦਿਆਂਗੇ ਤਾਂ ਉਹ x ਤੇ y ਦੇ ਮੁੱਲ ਆ ਜਾਣਗੇ। ਯਾਨੀ ਕਿ ਜਿਹੜਾ ਨਿਰਦੇਸ਼ਾਂਕ ਆਪਾਂ ਇੱਥੇ ਮਾਰਕ ਕੀਤਾ P, ਉਹਦੇ ਜਿਹੜੇ x ਤੇ y ਆ ਉਹਦੀਆਂ ਵੈਲਿਊਜ਼ ਆ ਜਾਣਗੀਆਂ। ਹੁਣ x ਆ ਇਹ ਅਸੀਂ ਫਾਈਂਡ ਕਰਨਾ, ਲੈਫਟ ਹੈਂਡ ਸਾਈਡ ਤੇ x ਉਵੇਂ ਰਹੇਗਾ। ਹੇਠਾਂ ਜਿਹੜਾ ਹੈ ਉਹ M1 + M2 ਹੈ, ਯਾਨੀ ਕਿ 2 + 3 ਹੈ। ਬਟਿਆਂ ਦੇ ਵਿੱਚ ਇੱਧਰ ਵੀ 5 ਹੀ ਆਣਾ ਹੈ ਤੇ ਇੱਧਰ ਵੀ ਬਟਿਆਂ ਦੇ ਵਿੱਚ ਕਿੰਨਾ ਆਣਾ? 5 ਹੀ ਆਣਾ ਹੈ, M1 + M2। ਉੱਪਰ ਜਿਹੜਾ ਸੀਗਾ ਉਹ x2 M1 ਦੇ ਨਾਲ ਮਲਟੀਪਲਾਈ ਹੋਣਾ। x2 ਕਿੰਨਾ? 4 × 2 8 ਆ ਗਿਆ। ਉਸ ਤੋਂ ਬਾਅਦ ਅਸੀਂ ਵੈਲਿਊ ਲਿਖਣੀ ਹੈਗੀ ਹੈ x1 ਦੀ। x1 ਕੀ ਹੈ? ਉਹ -1 ਹੈ। ਮਲਟੀਪਲਾਈ ਹੋਣਾ ਇਹਨੇ +3 ਨਾਲ, ਤਾਂ ਉਹ -3 ਬਣ ਜਾਣਗੇ। -1 ਗੁਣਾ M2 ਦਾ ਵੈਲਿਊ 3 ਉਹ ਬਣ ਜਾਏਗਾ। ਇਧਰਲੇ ਪਾਸੇ ਹੁਣ ਸਾਡੇ ਕੋਲੇ y2 ਹੈ, ਜਿਹੜੀ y2 ਹੈ ਨੈਗੇਟਿਵ ਵੈਲਿਊ ਹੈ, ਤਾਂ y2 ਜਿਹੜੀ ਹੈਗੀ ਆ ਉਹ -3 ਹੈ। ਤਾਂ -3 ਨੇ ਮਲਟੀਪਲਾਈ ਹੋਣਾ ਹੈ M1 ਨਾਲ 2 ਨਾਲ, ਤਾਂ ਉਹ -6 ਹੋ ਗਿਆ। ਉਸ ਤੋਂ ਬਾਅਦ ਸਾਡੇ ਕੋਲੇ ਪਲੱਸ ਦਾ ਸਾਈਨ ਹੈ M2 ਕੀ ਹੈ? 3, ਤੇ 3 ਨੇ ਮਲਟੀਪਲਾਈ ਹੋਣਾ ਹੈ y1 ਨਾਲ, ਤਾਂ y1 ਕਿੰਨਾ ਹੈਗਾ? 7, ਉਹ +21 ਹੋ ਗਏ। ਸਿੰਪਲੀਫਾਈ ਕਰਾਂਗੇ 8 - 3 5/5 ਬਰਾਬਰ ਕਿਹਦੇ? x, ਕੱਟ ਕੇ ਕੀ ਆ ਗਿਆ? 1। ਸਾਡੇ ਕੋਲੇ x ਨਿਰਦੇਸ਼ਾਂਕ ਕਿੰਨਾ ਆ ਗਿਆ? 1। y ਦੀ ਵੈਲਿਊ ਕਿਵੇਂ ਆਏਗੀ? 21 ਪੋਜ਼ਿਟਿਵ ਹੈ, 6 ਨੈਗੇਟਿਵ ਹੈ, ਉੱਪਰ 15 ਰਹਿ ਗਏ ਸਾਡੇ ਕੋਲੇ। 21 - 6/5 ਸੀ, ਇਹਨੂੰ ਕੱਟਾਂਗੇ 3। y ਦੀ ਵੈਲਿਊ ਕਿੰਨੀ ਫਾਈਂਡ ਕੀਤੀ ਅਸੀਂ? 3। ਹੁਣ ਅਸੀਂ ਦੱਸਣਾ ਸੀ ਵੀ ਉਸ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰੋ ਜਿਸ ਨੇ ਦਿੱਤੇ ਹੋਏ ਰੇਖਾਖੰਡ ਨੂੰ 2:3 ਵਿੱਚ ਵੰਡਿਆ। ਉਹ ਬਿੰਦੂ x, y ਸੀ। ਵੈਲਿਊ ਕਿੰਨੀ ਆ ਗਈ? 1 ਤੇ y ਦੀ 3, ਯਾਨੀ ਕਿ ਆਨਸਰ ਕੀ ਹੈ? 1,3। ਤਾਂ ਇਹ ਸੀਗਾ ਤੁਹਾਡਾ ਇਸ ਤਰ੍ਹਾਂ ਦਾ ਜਿਹੜਾ ਨਿਰਦੇਸ਼ਾਂਕ ਪਤਾ ਕਰਨ ਦਾ ਸਵਾਲ। ਪ੍ਰਸ਼ਨ ਨੰਬਰ 10, ਮੁੱਲ ਪਤਾ ਕਰੋ 2 ਵਾਰੀ tan ਸਕੁਅਰ 45 ਡਿਗਰੀ ਮਾਈਨਸ cos ਸਕੁਅਰ 30 ਡਿਗਰੀ ਮਾਈਨਸ sin ਸਕੁਅਰ 60 ਡਿਗਰੀ। ਇੱਥੇ ਆਪਾਂ ਨੂੰ ਜਿਹੜੀ ਅਸੀਂ ਸਾਰਨੀ ਬਣਾਉਣੇ ਹੁੰਦੇ ਆ ਉਹ ਸਾਰਨੀ ਕੰਮ ਆਏਗੀ। ਸਾਰਨੀ ਤੁਸੀਂ ਐਗਜ਼ਾਮ 'ਚ ਵੀ ਬਣਾ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਟੈਸਟ ਹੋਵੇ ਉਹਦੇ 'ਚ ਜੇ ਸਾਰਨੀ ਮੌਕੇ ਤੇ ਲੋੜ ਪੈ ਜੇ ਬਣਾਉਣ ਦੀ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ, ਬੜੇ ਆਰਾਮ ਨਾਲ ਸਾਰਨੀ ਜਿਹੜੀ ਹੈ ਉਹ
ਤੇ ਜਿਹੜੇ ਪ੍ਰਸ਼ਨ ਹੁੰਦੇ ਆ ਆਮ ਕਰਕੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਕੋਣਾਂ ਦੇ ਨਾਲ ਹੀ ਸੰਬੰਧਿਤ ਹੁੰਦੇ ਆ। ਇਸ ਕਰਕੇ ਤੁਸੀਂ ਬੜੇ ਆਰਾਮ ਨਾਲ ਪਹਿਲਾ ਜਿਹੜਾ ਹੈਗਾ ਉਹ 30 ਡਿਗਰੀ ਲਿਖ ਲਓ ਇੱਥੇ। 30 ਡਿਗਰੀ ਆਪਾਂ ਨੂੰ 0 ਡਿਗਰੀ ਦੀ ਵੀ ਲੋੜ ਪੈ ਜਾਂਦੀ ਹੈ ਕਦੇ ਕਦੇ। 30 ਡਿਗਰੀ 45 ਡਿਗਰੀ ਤੇ 60 ਡਿਗਰੀ ਇਸ ਤਰ੍ਹਾਂ ਦੀ ਜੇ ਸਾਰਣੀ ਬਣਾ ਲਈਏ। ਇੱਥੇ ਲਿਖ ਲਈਏ ਸਾਈਨ ਥੀਟਾ ਜਿਹੜਾ ਹੈਗਾ ਉਹ ਇੱਧਰ ਨੂੰ ਹੈ ਤੇ ਇੱਥੇ ਸਾਡਾ ਅਨੁਪਾਤ ਹੈ। ਸਾਈਨ ਥੀਟਾ 30 ਡਿਗਰੀ ਦਾ ਮੁੱਲ ਇੱਥੇ ਲਿਖਾਂਗੇ, 45 ਡਿਗਰੀ ਦਾ ਇੱਥੇ ਲਿਖਾਂਗੇ, 60 ਡਿਗਰੀ ਦਾ ਇੱਥੇ। ਫਿਰ ਅਸੀਂ cos ਥੀਟਾ ਦਾ ਮੁੱਲ ਲਿਖ ਸਕਦੇ ਹਾਂ। ਇਸੇ ਤਰ੍ਹਾਂ ਇਹਨਾਂ ਤੋਂ ਹੀ ਅਸੀਂ tan ਥੀਟਾ ਦਾ ਮੁੱਲ ਪ੍ਰਾਪਤ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ 30 ਡਿਗਰੀ ਵਾਸਤੇ 1/4 ਦਾ ਵਰਗਮੂਲ, ਇੱਥੇ 2/4 ਦਾ ਵਰਗਮੂਲ, ਇੱਥੇ ਲਿਖੋਗੇ 3/4 ਦਾ ਵਰਗਮੂਲ। ਜਦੋਂ ਤੁਸੀਂ ਇਹਨੂੰ ਸਿੰਪਲੀਫਾਈ ਕਰੋਗੇ ਤਾਂ ਇਹ ਕੱਟ ਕੇ 1/2 ਬਣ ਜੂ, ਕਿਉਂਕਿ ਅੰਸ਼ 1 ਦਾ ਵਰਗਮੂਲ 1, ਹਰ 4 ਦਾ ਵਰਗਮੂਲ 2, ਕੱਟ ਕੇ 1/2 ਬਣ ਜੂ। ਜਿਹੜਾ 2/4 ਹੁੰਦਾ ਹੈ ਇਹ ਵਰਗਮੂਲ ਦੇ ਹੇਠਾਂ ਹੀ ਜਦੋਂ ਕੈਂਸਲ ਕਰ ਦਿਆਂਗੇ ਵਰਗਮੂਲ ਦੇ ਹੇਠਾਂ ਹੀ ਇਹ ਕੱਟ ਕੇ 1/2 ਹੋ ਜਾਂਦਾ ਹੈ। ਪਰ ਜਦੋਂ ਇਹਦੇ ਉੱਪਰ ਵਰਗਮੂਲ ਹੈ 1 ਦਾ ਵਰਗਮੂਲ ਤਾਂ ਨਿਕਲ ਜਾਂਦਾ ਪਰ 2 ਦਾ ਵਰਗਮੂਲ ਨਹੀਂ ਨਿਕਲਦਾ। ਤਾਂ ਸਾਡੇ ਕੋਲੇ ਇਹਦਾ ਸਿੰਪਲੀਫਾਈਡ ਰੂਪ ਹੈ ਜਿਹੜਾ ਉਹ 1/ਵਰਗਮੂਲ 2 ਬਣ ਜਾਂਦਾ ਹੈ। ਇਸੇ ਤਰ੍ਹਾਂ ਇੱਥੇ 4 ਦਾ ਵਰਗਮੂਲ ਫਾਈਂਡ ਹੋ ਜਾਂਦਾ ਹੈ, 3 ਦਾ ਵਰਗਮੂਲ ਨਹੀਂ ਹੁੰਦਾ ਤਾਂ ਵਰਗਮੂਲ 3/ ਅਸੀਂ 2 ਲਿਖ ਲਾਂਗੇ। ਇਹ ਤੁਹਾਨੂੰ ਸਾਰਣੀ ਬਹੁਤ ਚੰਗੀ ਤਰ੍ਹਾਂ ਬਣਾਉਣੀ ਆਉਣੀ ਚਾਹੀਦੀ ਹੈ। ਤਾਂ ਜਿਹੜਾ ਇਹ 60 ਡਿਗਰੀ ਦੀ ਵੈਲਿਊ ਆ ਵਰਗਮੂਲ 3/2, ਉਹੀ cos 30 ਡਿਗਰੀ ਦੀ ਵੈਲਿਊ ਹੁੰਦੀ ਆ ਵਰਗਮੂਲ 3/2। ਜਿਹੜਾ ਸਾਡੇ ਕੋਲੇ ਇਹ ਵਾਲਾ ਮੁੱਲ ਹੁੰਦਾ 30 ਡਿਗਰੀ ਸਾਈਨ ਦਾ, ਪਰ ਉਹ cos ਵਾਸਤੇ 60 ਡਿਗਰੀ ਦਾ ਮੁੱਲ ਬਣ ਜਾਂਦਾ। ਇੱਥੇ ਸਾਡੇ ਕੋਲੇ ਉਹ ਜਿਹੜਾ ਕੈਂਸਲ ਕਰਨ ਤੋਂ ਬਾਅਦ ਜਿਹੜਾ ਉਹਦਾ ਆਨਸਰ ਆਇਆ ਸੀ 1/2, ਉਹ cos ਵਾਲੇ ਲਾਈਨ ਦੇ ਵਿੱਚ 60 ਦੇ ਨੀਚੇ ਆ ਜਾਂਦਾ ਹੈ। ਤੇ ਜਿਹੜਾ 45 ਡਿਗਰੀ ਦਾ ਮੁੱਲ ਹੈ, ਜਿਹੜਾ ਸਾਈਨ ਦਾ ਮੁੱਲ ਹੈ, ਉਹੀ ਮੁੱਲ ਜਿਹੜਾ ਹੈਗਾ ਉਹ cos ਦਾ ਰਹੇਗਾ। ਯਾਨੀ ਕਿ ਉੱਪਰੋਂ ਨੀਚੇ ਉਤਾਰ ਦੇਣਾ, ਇਧਰੋਂ ਇੱਧਰ ਲਿਆਣਾ, ਇਹ ਮੁੱਲ ਇੱਧਰ ਲਿਆਣਾ। ਹੁਣ ਜਿਹੜੇ tan ਦੀ ਵੈਲਿਊਜ਼ ਵਾਸਤੇ ਅਸੀਂ ਜਿਹੜਾ ਉੱਪਰਲਾ ਮੁੱਲ ਹੈ ਸਾਈਨ ਦਾ ਉਹਦੇ ਡਿਵਾਈਡਡ ਕਰਨਾ ਹੈ cos ਦਾ ਮੁੱਲ, ਤਾਂ ਉਹ ਕੈਂਸਲ ਹੋ ਕੇ 1/3 ਆ ਜਾਏਗਾ। ਸੇਮ ਅਪੋਨ ਸੇਮ 1 ਆ ਜਾਏਗਾ। ਇਹ ਫਸਟ ਸਾਈਨ 60 ਡਿਗਰੀ ਅਪੋਨ cos 60 ਡਿਗਰੀ ਇਹ ਕੈਂਸਲ ਹੋ ਕੇ √3 ਹੋ ਜਾਏਗਾ। ਯਾਨੀ ਕਿ ਇਹ ਸਾਰਣੀ ਨੇ ਤੁਹਾਡਾ ਇਹ ਵਾਲਾ ਸਮ ਹੈ ਜਿਹੜਾ ਉਹ ਸੋਲਵ ਕਰਾਉਣਾ ਹੈ। ਹੁਣ ਆਪਾਂ ਲਿਖਣਾ ਕੀ ਹੈ, ਉਹਨੇ ਲਿਖਿਆ 2 × tan 45 ਡਿਗਰੀ। tan ਦੇ ਸਾਹਮਣੇ 45 ਡਿਗਰੀ ਦੀ ਵੈਲਿਊ ਕਿੰਨੀ ਹੈ 1, ਬਟ ਜਿਹੜਾ ਸਕੁਅਰ ਹੈ ਉਹ ਵੈਲਿਊ ਦੇ ਉੱਤੇ ਲਗਾ ਦੇਣਾ ਸਕੁਅਰ। ਇਸ ਤੋਂ ਬਾਅਦ ਮਾਈਨਸ ਦਾ ਸਾਈਨ ਹੈ। cos 30 ਡਿਗਰੀ ਦੀ ਵੈਲਿਊ ਫਾਈਂਡ ਕਰੋ। ਆ cos ਹੈ, ਆ 30 ਡਿਗਰੀ ਹੈ, ਇਹ ਬਣ ਗਿਆ √3/2, ਬਟ cos ਦੇ ਉੱਤੇ ਸਕੁਅਰ ਸੀ ਤਾਂ ਉਹ ਜਿਹੜੀ ਵੈਲਿਊ ਲਿਖੀ ਹੈ ਉਹਦਾ ਸਕੁਅਰ ਬਣ ਜਾਏਗਾ। ਸਿਮਿਲਰਲੀ ਫਿਰ ਮਾਈਨਸ ਸਾਈਨ 60 ਡਿਗਰੀ, ਸਾਈਨ ਦੇ ਸਾਹਮਣੇ 60 ਡਿਗਰੀ ਦੇ ਨੀਚੇ ਵੀ ਵੈਲਿਊ √3/2 ਹੈ ਤੇ ਸਾਈਨ ਦਾ ਵੀ ਸਕੁਅਰ ਹੈ ਤਾਂ ਵੈਲਿਊ ਦਾ ਹੀ ਸਕੁਅਰ ਬਣ ਗਿਆ। ਬਸ ਇਹਨੂੰ ਸਿੰਪਲੀਫਾਈ ਕਰਨਾ ਹੈ। 2 × 1 ਇਹ 2 ਹੀ ਰਹੂਗਾ ਕਿਉਂਕਿ 1 ਦਾ ਸਕੁਅਰ 1 ਹੀ ਹੁੰਦਾ ਹੈ। ਮਾਈਨਸ √3 ਦਾ ਸਕੁਅਰ ਹੈ, ਇਹ ਕੰਪਲੀਟ 3 ਬਣ ਜੂਗਾ। ਨੀਚੇ 2 ਦਾ ਸਕੁਅਰ ਹੈ, 2 2 4 ਹੋ ਜੂਗਾ। ਮਾਈਨਸ ਅਗੇਨ ਉਹੀ ਚੀਜ਼ ਹੈ, √3 ਦਾ ਸਕੁਅਰ ਕੰਪਲੀਟ 3, 2 ਦਾ ਸਕੁਅਰ 4। ਸਾਡੇ ਕੋਲੇ ਹੁਣ ਇੱਕ ਸਿੰਪਲ ਜਿਹਾ 6th ਸਟੈਂਡਰਡ ਦਾ ਸਮ ਬਣ ਗਿਆ। ਆਹ 2 ਭਾਗ ਹੈ ਜਿਹੜੇ ਇਹਨਾਂ ਦਾ ਹਰ ਸਮਾਨ ਹੈ। ਅਸੀਂ ਇਹਨੂੰ ਕਿਵੇਂ ਲਿਖਾਂਗੇ, -3 ਬਟੇ ਸਾਂਝਾ ਹਰ ਕਿੰਨਾ ਹੈ 4। ਇੰਨਾ ਹਿੱਸਾ ਉਹਦੇ ਅੱਗੇ ਜਿਹੜਾ ਹੈਗਾ ਸਾਡੇ ਕੋਲੇ 2 ਹੈ। ਤਾਂ ਸਾਡੇ ਕੋਲੇ ਹੁਣ ਇਹਨੂੰ ਜੇ ਸਿੰਪਲੀਫਾਈ ਕਰਾਂਗੇ ਆਹ -3 ਤੇ -3 ਇਹ ਤਾਂ ਬਣ ਗਿਆ -6, ਉਹਦੇ ਅੱਗੇ ਕਿੰਨਾ ਹੈ 2। ਹੁਣ ਇਹ ਜਿਹੜਾ ਮਾਈਨਸ ਵਾਲਾ 6 ਹੈ ਨਾ ਇਹਦੇ ਨੀਚੇ ਹੈ ਜਿਹੜਾ ਇਹ 4 ਹੈ। ਇਹ 2 ਤਾਂ ਪਹਿਲਾਂ ਹੀ ਅੱਗੇ ਸੀ, ਤੁਸੀਂ ਸਾਈਨ ਇੱਥੇ ਪਾ ਲਿਆ, ਮਾਈਨਸ ਦਾ ਇੱਥੇ ਵੀ ਪਾ ਸਕਦੇ ਹੋ। ਯਾਨੀ ਕਿ 2 ਤੋਂ ਬਾਅਦ ਮਾਈਨਸ ਦੇ 6/4 ਹੈ। ਇਹਨੂੰ ਅਸੀਂ ਕੈਂਸਲ ਕਰਾਂਗੇ, 2 2 4 ਐਂਡ 2 3 6। ਸਾਡੇ ਕੋਲੇ ਇਸ ਵੇਲੇ ਜਿਹੜੀ ਵੈਲਿਊ ਹੈ ਫਾਈਂਡ ਕਰਨ ਦੀ 2 - 3/2 ਹੈ। ਹੁਣ ਇਹਨੂੰ ਅੱਗੇ ਸਿੰਪਲੀਫਾਈ ਕਰਨਾ, ਇਹ ਹਰ ਸਮਾਨ ਕਰਨ ਲਈ ਇਸ 2 ਨੂੰ ਇੱਧਰ ਉੱਪਰ ਨੀਚੇ ਮਲਟੀਪਲਾਈ ਕਰ ਦਈਏ ਤਾਂ ਸਾਡੇ ਕੋਲੇ 2 2 4/2 ਬਣ ਜੂਗਾ ਤੇ -3/2 ਬਣ ਗਿਆ। ਤਾਂ ਹੁਣ ਆਨਸਰ ਕੀ ਆ ਗਿਆ, ਅੰਸ਼ 4 - 3 ਹਰ ਸਮਾਨ ਹੈ ਤਾਂ ਸਾਡੇ ਕੋਲੇ 4 - 3/2 ਯਾਨੀ ਕਿ ਤੁਹਾਡਾ ਆਨਸਰ ਆ ਗਿਆ 1/2। ਯਾਨੀ ਕਿ ਸਾਰਾ ਸਮ ਸਿੰਪਲੀਫਾਈ ਕਰਕੇ ਵੈਲਿਊ ਪੁੱਟ ਕਰਕੇ ਐਂਡ ਦੇ ਵਿੱਚ ਜਿਹੜਾ ਆਨਸਰ ਆਏਗਾ ਉਹ ਆਏਗਾ 1/2। ਇਸੇ ਹੀ ਭਾਗਾੜਾ ਦਾ ਆਖਰੀ ਪ੍ਰਸ਼ਨ ਨੰਬਰ 11,
ਦਿੱਤੇ ਗਏ ਚਿੱਤਰ ਵਿੱਚ DE ਸਮਾਨਾਂਤਰ BC ਹੈ, ਯਾਨੀ ਕਿ ਜਿਹੜੀ ਆ ਟ੍ਰਾਇੰਗਲ ਦਿੱਤੀ ਹੈ ਇਹਦੇ ਵਿੱਚ ਆਹ ਵਾਲੀ DE ਇਹ ਇਸ ਥੱਲੇ ਵਾਲੀ ਰੇਖਾ ਦੇ ਸਮਾਨਾਂਤਰ ਹੈ। ਥੇਲ ਥਿਊਰਮ ਕੀ ਕਹਿੰਦੀ ਹੈ, ਕਿਸੇ ਤ੍ਰਿਕੋਣ ਦੇ ਵਿੱਚ ਜੇ ਕਿਸੇ ਇੱਕ ਭੁਜਾ ਦੇ ਸਮਾਨਾਂਤਰ ਕੋਈ ਹੋਰ ਰੇਖਾ ਖਿੱਚੀ ਜਾਵੇ ਤਾਂ ਇਹ ਜਿਹੜੀਆਂ ਦੋ ਭੁਜਾਵਾਂ ਨੂੰ ਕੱਟੇਗੀ ਇਹ ਰੇਖਾ, ਇਸ ਨਾਲ ਬਣਨ ਵਾਲੇ ਜਿਹੜੇ ਟੁਕੜੇ ਹੈ ਇਹਨਾਂ ਦਾ ਅਨੁਪਾਤ ਸਮਾਨ ਹੋਏਗਾ, ਯਾਨੀ ਕਿ ਉੱਪਰ ਵਾਲਾ ਬਟੇ ਹੇਠਲਾ ਟੁਕੜਾ ਬਰਾਬਰ ਹੋਏਗਾ ਇਸ ਰੇਖਾ ਦਾ ਉੱਪਰ ਵਾਲਾ ਬਟੇ ਹੇਠਲਾ। ਤਾਂ ਸਾਡੇ ਕੋਲ ਇਹ ਸਮੀਕਰਨ ਬਣ ਜੂ, ਕਿਉਂਕਿ ਗਿਵਨ ਹੈ ਸਾਡੇ ਕੋਲ DE ਸਮਾਨਾਂਤਰ BC ਹੈ। ਤਾਂ ਥੇਲ ਥਿਊਰਮ ਕਹਿੰਦੀ ਹੈ ਫਿਰ ਉੱਪਰ ਵਾਲੇ ਦੀ ਮਿਣਤੀ 25 ਹੈ, ਹੇਠਲੇ ਟੁਕੜੇ ਦੀ ਮਿਣਤੀ ਕੀ ਹੈ x + 3 ਬਰਾਬਰ ਇਧਰ ਵਾਲੇ ਉੱਪਰਲੇ ਦੀ ਮਿਣਤੀ 10 ਸੈਂਟੀਮੀਟਰ ਹੈ ਤੇ ਨੀਚੇ ਕੀ ਹੈ x, ਅਸੀਂ x ਦੀ ਵੈਲਿਊ ਫਾਈਂਡ ਕਰਨੀ ਹੈ। ਤਾਂ ਇੱਥੇ ਸਿੰਪਲ ਕੁਐਸਚਨ ਬਣ ਗਿਆ, ਇੱਕ ਇਕੁਏਸ਼ਨ ਬਣ ਗਈ, ਸਮੀਕਰਨ ਬਣ ਗਈ, ਬੜੇ ਆਰਾਮ ਨਾਲ ਇਹ ਸਮੀਕਰਨ ਹੱਲ ਹੋ ਜਾਏਗੀ। ਇਹ ਨੀਚੇ ਵਾਲਾ x ਇੱਧਰ 25 ਨਾਲ ਮਲਟੀਪਲਾਈ ਹੋ ਕੇ 25x ਬਣ ਗਿਆ ਇਕੁਅਲਸ ਟੂ ਇਹ ਜਿਹੜਾ 10 ਹੈ ਇਹ ਇਹਦੇ ਨਾਲ ਮਲਟੀਪਲਾਈ ਹੋਣਾ x + 3 ਨਾਲ, ਤਾਂ ਉਸ 10 ਨੇ x ਨਾਲ ਮਲਟੀਪਲਾਈ ਹੋ ਕੇ 10x ਬਣ ਜਾਣਾ, ਇਸ 10 ਨੇ 3 ਨਾਲ ਮਲਟੀਪਲਾਈ ਹੋ ਕੇ 10 3 30, ਯਾਨੀ ਕਿ ਤੁਸੀਂ ਜੇ ਇਸ ਬ੍ਰੈਕਟ ਨੂੰ ਇੱਥੇ ਲਿਜਾ ਕੇ ਮਲਟੀਪਲਾਈ ਕਰੋਗੇ ਉਹਦਾ ਆਨਸਰ ਆਏਗਾ 10x + 30। ਹੁਣ 25x ਪਹਿਲਾਂ ਲੈਫਟ ਹੈਂਡ ਸਾਈਡ ਤੇ ਹੈ ਤੇ ਇਧਰੋਂ ਰਾਈਟ ਤੋਂ ਲੈਫਟ ਜਿਹੜਾ ਆਏਗਾ ਉਹ 10x ਆਣਗੇ, ਉਧਰ ਕੀ ਰਹਿ ਜਾਏਗਾ ਓਨਲੀ 30। 25 - 10 ਕਿਉਂਕਿ ਲਾਈਕ ਹੈ ਦੋਨੇ, ਇਹ ਰਹਿ ਗਿਆ 15x ਬਰਾਬਰ ਕਾਦੇ 30। ਓਨਲੀ x ਜਿਹੜਾ ਹੋਏਗਾ ਉਹ ਕਾਦੇ ਬਰਾਬਰ ਹੋਏਗਾ 15 ਨਾਲ ਡਿਵਾਈਡ ਹੋ ਕੇ 30 ਹੋ ਜਾਏਗਾ 2। ਉਹਨੇ ਕਿਹਾ ਸੀ x ਦੀ ਵੈਲਿਊ ਫਾਈਂਡ ਕਰੋ, ਯਾਨੀ ਕਿ x ਦੀ ਵੈਲਿਊ ਕੀ ਹੈ 2। ਇਸ ਨਾਲ ਤੁਹਾਡੇ ਇਹ ਨਮੂਨੇ ਦੇ ਪ੍ਰਸ਼ਨ ਪੱਤਰ ਦਾ ਭਾਗ ਆੜਾ ਸਾਰਾ ਹੀ ਪ੍ਰਸ਼ਨ ਇੱਥੇ ਹੱਲ ਹੋ ਗਏ ਹੈ। ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਿਹੜੇ ਬਾਕੀ ਦੇ ਪ੍ਰਸ਼ਨਾਂ ਦਾ ਹੱਲ ਆ ਉਹ ਵੀ ਸਮੇਂ ਸਿਰ ਪਤਾ ਚੱਲ ਜਾਏ। ਤੁਸੀਂ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਵੇਖੋਗੇ ਤਾਂ ਤੁਹਾਡੀ ਕਾਰਗੁਜ਼ਾਰੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਣਾ ਹੈ। ਮੋਂਗਾ ਸਰ ਦੀ ਮੈਥਸ ਕਲਾਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।